जैसी आसा तैसी मनसा। ਕੱਚੀ ਭੁੱਚੋ ਨਗਰ ਦੇ ਰਹਿਣ ਵਾਲਾ ਸਰਦਾਰ ਬਚਨ ਸਿੰਘ ਭਾਈ ਕੇ ਖਾਨਦਾਨ ਵਿੱਚੋਂ ਚੰਗੀ ਜਾਇਦਾਦ ਦਾ ਮਾਲਕ ਸੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜਿਵੇਂ ਹਜ਼ੂਰ ਨੇ ਫਰਮਾਇਆ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਬਿਰਤੀ ਵਾਲਾ ਸੀ, ਪਰਮਾਰਥ ਤੋਂ ਕੋਰਾ। ਕੱਚੀ ਭੁੱਚੋ ਤੋਂ ਦੋ ਪ੍ਰੇਮੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਭੁੱਚੋ ਆ ਰਹੇ ਸਨ। ਅੱਗੋਂ ਰਾਹ ਵਿੱਚ ਭਾਈ ਬਚਨ ਸਿੰਘ ਮਿਲਿਆ। ਦੋਹਾਂ ਨੂੰ ਪੁੱਛਿਆ, ਕਿੱਧਰ ਜਾ ਰਹੇ ਹੋ? ਤਾਂ ਉਹਨਾਂ ਦੋਹਾਂ ਪ੍ਰੇਮੀਆਂ ਨੇ ਦੱਸਿਆ ਕਿ ਅਸੀਂ ਰੂਮੀ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਅਤੇ ਤੂੰ ਵੀ ਸਾਡੇ ਨਾਲ ਚੱਲ। ਅੱਗੋਂ ਬਚਨ ਸਿੰਘ ਨੇ ਕਿਹਾ, ਉੱਥੇ ਜਾ ਕੇ ਕੀ ਲੈਣਾ ਹੈ? ਮੇਰੇ ਸੀਰੀ ਨੇ ਮੇਰੇ ਵਾਸਤੇ ਪਹਿਲੇ ਤੋੜ ਦੀ ਸ਼ਰਾਬ ਕੱਢ ਕੇ ਰੱਖੀ ਹੈ, ਆਪਾਂ ਇੱਥੇ ਮੰਗਾ ਕੇ ਰਲ ਕੇ ਪੀਂਦੇ ਹਾਂ। ਪਰੰਤੂ ਇਹਨਾਂ ਦੋਨਾਂ ਨੇ ਜਵਾਬ ਦੇ ਦਿੱਤਾ ਤੇ ਅਖੀਰ ਵਿੱਚ ਮਖੌਲੀ ਲਹਿਜੇ ਵਿੱਚ ਬਚਨ ਸਿੰਘ ਨੇ ਕਿਹਾ, ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਤੁਸੀਂ ਦਰਸ਼ਨ ਕਰਨ ਲੈਣੇ, ਮੈਂ ਪ੍ਰਸ਼ਨ ਕਰ ਲਊਂਗਾ। ਰਸਤੇ ਵਿੱਚ ਬਚਨ ਸਿੰਘ ਹੋਰ ਕਈ ਤਰ੍ਹਾਂ ਦੇ ਮਖੌਲ ਭਰੇ ਬਚਨ ਕਰਦਾ ਆਇਆ। ਅਖੀਰ ਤਿੰਨੇ ਹੀ ਭੁੱਚੋ ਪਹੁੰਚ ਗਏ। ਨਮਸਕਾਰ ਕਰਕੇ ਬੈਠ ਗਏ। ਉਪਰੰਤ ਬਾਬਾ ਜੀ ਨੇ ਇਹਨਾਂ ਦੋਨਾਂ ਨੂੰ ਤਾਂ ਸਾਰੀ ਗੱਲ ਸੁਣ ਕੇ ਹੌਸਲਾ ਦਿੱਤਾ। ਉਪਰੰਤ ਬਚਨ ਸਿੰਘ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਕਿਆ ਤੂੰ ਰਾਹ ਵਿੱਚ ਪ੍ਰਸ਼ਨ ਕਰਨ ਬਾਰੇ ਸੋਚਦਾ ਸੀ? ਹੁਣ ਤੇਰੇ ਪ੍ਰਸ਼ਨ ਦਾ ਜਵਾਬ ਅਸੀਂ ਦੇਈਏ? ਤੇਰੇ ਘਰ ਕੀ ਹੋਵੇਗਾ, ਤੂੰ ਇਹੀ ਪੁੱਛਣਾ ਚਾਹੁੰਦਾ ਸੀ ਨਾ? ਉਪਰੰਤ ਬਚਨ ਸਿੰਘ ਚੁੱਪ ਹੋ ਗਿਆ। ਅਖੀਰ ਤੇ ਬਾਬਾ ਜੀ ਨੇ ਬਚਨ ਕੀਤਾ, ਤੇਰੇ ਘਰ ਪੱਥਰ ਹੋਵੇਗਾ। ਕੁਝ ਦਿਨਾਂ ਬਾਅਦ ਇਸ ਦੇ ਘਰ ਖੁਸਰਾ ਪੈਦਾ ਹੋਇਆ, ਜਿਸ ਦਾ ਨਾਮ ਗੁਰਦੇਵ ਸਿੰਘ ਰੱਖਿਆ। ਉਪਰੰਤ ਬਚਨ ਕੀਤਾ ਕਿ ਜਿਹੜੀਆਂ 40 ਬੋਤਲਾਂ ਸ਼ਰਾਬ ਦੀਆਂ ਪਹਿਲੇ ਤੋੜ ਦੀਆਂ ਕੱਢੀਆਂ ਹਨ ਅਤੇ ਇਹਨਾਂ ਦੋਹਾਂ ਨੂੰ ਪਿਲਾਉਣ ਵਾਸਤੇ ਤੂੰ ਆਪ ਹੀ ਕਹਿੰਦਾ ਸੀ, ਉਸ ਵੇਲੇ ਪੀ ਕੇ ਚਿੱਤ ਖੁਸ਼ ਕਰ ਲਵੀਂ। ਸਾਧ ਦੁਖਾਏ ਤੀਨ ਹਾਨ, ਧਰਮ ਅਰਥ ਅਰ ਬੰਸ, ਤੀਨੋਂ ਕੋ ਹੀ ਦੇਖ ਲੈ ਰਾਵਨ ਕੈਰੋ ਕੰਸ। ਇਹ ਬਚਨ ਪ੍ਰਤੱਖ ਸੱਤ ਹੋਇਆ। ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ। ਪਿਛਲੇ ਹਿੱਸੇ ਵਿੱਚ ਭਾਈ ਕੇਸਰ ਸਿੰਘ ਦਾ ਪ੍ਰਸੰਗ ਪਾਠਕ ਪੜ੍ਹ ਚੁੱਕੇ ਹਨ। ਜਿਸ ਤਰ੍ਹਾਂ ਭਾਈ ਕੇਸਰ ਸਿੰਘ ਜੀ ਨੇ ਕਠਿਨ ਕਮਾਈ ਕੀਤੀ, ਇਹਨਾਂ ਦੀ ਕਮਾਈ ਤੋਂ ਪ੍ਰਸੰਨ ਹੋ ਕੇ ਬਾਬਾ ਜੀ ਨੇ ਇਹਨਾਂ ਨੂੰ ਮੰਜਾ ਡਾਉਣ ਦਾ ਹੁਕਮ ਦਿੱਤਾ ਹੋਇਆ ਸੀ। ਹੋਰ ਕਿਸੇ ਨੂੰ ਮੰਜਾ ਰੱਖਣ ਦਾ ਹੁਕਮ ਨਹੀਂ ਸੀ ਹੁੰਦਾ। 150 ਪਾਠ ਜਪਜੀ ਸਾਹਿਬ ਦੇ ਰੋਜ਼ ਨਿਤਨੇਮ ਨਾਲ ਪਾਠ ਕਰਨੇ। ਪਿਤਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਉਸ ਨੂੰ ਕਿਤੇ ਲੰਮਾ ਪਿਆ ਘੱਟ ਹੀ ਵੇਖਿਆ ਸੀ, ਆਮ ਤੌਰ 'ਤੇ ਬੈਠਾ ਹੀ ਹੁੰਦਾ ਸੀ। ਇੱਕ ਵਾਰ ਬਾਬਾ ਜੀ ਨੇ ਉਸ ਨੂੰ ਬਚਨ ਕੀਤਾ, ਕੇਸਰਾ ਤੂੰ ਹੁਣ ਚਾਹੇ ਤਾਂ ਮੁਰਦਾ ਜਿਉਂਦਾ ਕਰ ਸਕਦਾ ਹੈ, ਪਰ ਕਰਨਾ ਨਹੀਂ, ਰੱਬ ਦਾ ਸ਼ਰੀਕ ਨਹੀਂ ਬਣਨਾ। ਕੁਝ ਸਮੇਂ ਉਪਰੰਤ ਭਾਈ ਕੇਸਰ ਸਿੰਘ ਜੀ ਆਗਿਆ ਲੈ ਕੇ ਘਰ ਚਲੇ ਗਏ। ਘਰ ਜਾਣ ਉਪਰੰਤ ਇਹਨਾਂ ਦੇ ਭਰਾ ਦੀ ਲੜਕੀ ਨੌਜਵਾਨ ਸੀ, ਅਚਾਨਕ ਚਲਾਣਾ ਕਰ ਗਈ। ਫਿਰ ਕੀ ਸੀ, ਸਾਰੇ ਪਰਿਵਾਰ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਉਪਰੰਤ ਭਾਈ ਕੇਸਰ ਸਿੰਘ ਨੇ ਬਾਬਾ ਜੀ ਦੇ ਬਚਨ ਯਾਦ ਕਰਕੇ ਮਨ ਵਿੱਚ ਆਪਣੀ ਭਤੀਜੀ ਨੂੰ ਜਿਉਂਦਾ ਕਰਨ ਦੀ ਵਿਉਂਤ ਸੋਚੀ ਅਤੇ ਪਰਿਵਾਰ ਵਿੱਚੋਂ ਇੱਕ ਜਾਣੇ ਨੂੰ ਆਪਣੇ ਇਸ਼ਨਾਨ ਕਰਨ ਲਈ ਪਾਣੀ ਲੈ ਆਉਣ ਵਾਸਤੇ ਆਖਿਆ। ਪਰ ਬਾਬਾ ਜੀ ਹਰ ਜਾਣੈ ਸਭ ਕਿਛ ਜੋ ਜੀਅ ਵਰਤੈ ਦੇ ਹੁਕਮ ਅਨੁਸਾਰ ਸਭ ਕੁਝ ਜਾਣ ਕੇ ਇੱਕ ਭੁੱਚੋ ਦੇ ਸੇਵਾਦਾਰ ਨੂੰ ਘੋੜੀ ਦੇ ਕੇ ਕੇਸਰ ਸਿੰਘ ਵੱਲ ਭੇਜਿਆ ਕਿ ਤੂੰ ਜਾਣ ਸਾਰ ਕੇਸਰ ਸਿੰਘ ਨੂੰ ਉਠਾ ਦੇਵੀਂ ਅਤੇ ਉਸਦੇ ਭਰਾ ਨੂੰ ਸਮਝਾਈ, ਕਦੇ ਮੁਰਦੇ ਵੀ ਜੀਵੇ ਹਨ। ਕੇਸਰ ਸਿੰਘ ਤਾਂ ਐਵੇਂ ਕਰਦਾ ਹੈ। ਹੁਕਮ ਅਨੁਸਾਰ ਸੇਵਕ ਨੇ ਉੱਥੇ ਪਹੁੰਚ ਕੇ ਇਸੇ ਤਰ੍ਹਾਂ ਹੀ ਕੀਤਾ ਅਤੇ ਕੋਲ ਖੜੋ ਕੇ ਲੜਕੀ ਦਾ ਸੰਸਕਾਰ ਕਰਾ ਕੇ
ਕੇਸਰ ਸਿੰਘ ਨੂੰ ਭੀ ਨਾਲ ਲੈ ਆਇਆ। ਕੇਸਰ ਸਿੰਘ ਨਾ ਚਾਹੁੰਦਾ ਹੋਇਆ ਵੀ ਨਾਲ ਹੀ ਆ ਗਿਆ। ਜਿਸ ਸਮੇਂ ਹਜ਼ੂਰ ਦੇ ਚਰਨਾਂ 'ਤੇ ਮੱਥਾ ਟੇਕਿਆ, ਸਭ ਤੋਂ ਪਹਿਲਾਂ ਭਾਈ ਕੇਸਰ ਸਿੰਘ ਜੀ ਨੂੰ ਸੰਬੋਧਨ ਕਰਕੇ ਹੁਕਮ ਕੀਤਾ, ਤੂੰ ਰੱਬ ਦਾ ਸ਼ਰੀਕ ਬਣਦਾ ਸੀ, ਇਹ ਗੱਲ ਚੰਗੀ ਨਹੀਂ, ਤਾਂ ਹੀ ਤੈਨੂੰ ਸੇਵਾਦਾਰ ਭੇਜ ਕੇ ਵਿੱਚੋਂ ਉਠਾਇਆ ਅਤੇ ਅੱਗੇ ਤੋਂ ਇਹ ਤਾਕਤ ਤੇਰੇ ਵਿੱਚ ਨਹੀਂ ਰਹਿਣ ਦੇਣੀ, ਤੇ ਜਦੋਂ ਅੱਗੇ ਆਏਗਾ ਫਿਰ ਮਿਲੇਗੀ। ਅਜੇ ਤੈਥੋਂ ਕਮਾਈ ਹੋਰ ਕਰਵਾਉਣੀ ਹੈ। ਉਪਰੰਤ ਬਾਬਾ ਜੀ ਨੇ ਕੇਸਰ ਸਿੰਘ ਨੂੰ ਕੋਲ ਹੀ ਰਹਿਣ ਦਾ ਹੁਕਮ ਕੀਤਾ। ਉਪਰੰਤ ਕੇਸਰ ਸਿੰਘ ਨੂੰ ਘਰ ਭੇਜਣਾ ਸ਼ਰ੍ਹਾ ਕਰਾ ਕੇ ਹੀ ਭੇਜਦੇ ਸਨ। ਨਾਲੇ ਬਚਨ ਕਰਨਾ, ਅਸੀਂ ਸ਼ਕਤੀ ਇੱਥੇ ਰੱਖ ਲਈ ਹੈ, ਹੁਣ ਕੋਈ ਡਰ ਨਹੀਂ, ਤੂੰ ਜਾ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁਖ। ਚੱਕ ਰਾਮ ਤੋਂ ਇੱਕ ਮਾਈ ਦਰਸ਼ਨ ਕਰਨ ਵਾਸਤੇ ਆਈ। ਜਦੋਂ ਉਸ ਮਾਈ ਨੇ ਆਉਣਾ, ਉਸ ਸਮੇਂ ਉਸ ਨਾਲ ਇੱਕ ਲੜਕੀ ਵੀ ਹੁੰਦੀ ਸੀ। ਬਾਬਾ ਜੀ ਉਸ ਲੜਕੀ ਨੂੰ ਦਰਸ਼ਨ ਨਹੀਂ ਸੀ ਦਿੰਦੇ। ਜਾਂ ਆਪਣੇ ਮੁਖ 'ਤੇ ਕੱਪੜਾ ਕਰ ਲੈਣਾ, ਆਪਣੇ ਆਸਣ ਤੋਂ ਉੱਠ ਕੇ ਆਸੇ-ਪਾਸੇ ਹੋ ਜਾਣਾ। ਅਨੇਕ ਯਤਨ ਕਰਨ ਉੱਤੇ ਵੀ ਉਸ ਨੂੰ ਦਰਸ਼ਨ ਨਹੀਂ ਦਿੱਤੇ। ਇੱਕ ਵਾਰ ਲੜਕੀ ਦੇ ਨਾਲ ਵਾਲੀ ਮਾਈ ਨੂੰ ਹੁਕਮ ਦਿੱਤਾ ਕਿ ਤੂੰ ਸੇਵਾ ਕਰ ਲੈ। ਹੁਕਮ ਅਨੁਸਾਰ ਚੱਕਾਂ ਵਾਲੀ ਮਾਈ ਚਰਨ ਘੁੱਟਣ ਦੀ ਸੇਵਾ ਕਰਦੀ। ਜਿਸ ਸਮੇਂ ਹੁਕਮ ਅਨੁਸਾਰ ਹੱਥ ਘੁੱਟਣ ਦੀ ਸੇਵਾ ਕਰ ਰਹੀ ਸੀ, ਉਸ ਵਕਤ ਉਸ ਮਾਈ ਨੂੰ ਬਾਬਾ ਜੀ ਦੇ ਹੱਥਾਂ ਦੀ ਜਗ੍ਹਾ ਇਉਂ ਮਾਲੂਮ ਹੋਇਆ ਕਿ ਹੱਥਾਂ ਉੱਤੇ ਛੋਟੇ-ਛੋਟੇ ਰੋਮ ਹਨ। ਉਹ ਚੁੱਪ ਨਾ ਰਹਿ ਸਕੀ ਅਤੇ ਉਸਨੇ ਪੁੱਛ ਹੀ ਲਿਆ, ਬੇਨਤੀ ਕੀਤੀ, ਮਹਾਰਾਜ ਤੁਹਾਡੇ ਹੱਥਾਂ ਉੱਤੇ ਕੀ ਗੱਲ ਹੈ? ਬਚਨ ਕੀਤਾ ਕਿ ਮਾਈ, ਇਹ ਤਾਂ ਸਤਿਯੁਗ ਦਾ ਸਰੂਪ ਹੈ, ਜੋ ਤੂੰ ਹੁਣੇ ਹੀ ਵੇਖ ਲਿਆ ਹੈ, ਹੁਣ ਅੱਗੇ ਕਿਸੇ ਕੋਲ ਨਾ ਦੱਸੀ। ਉਪਰੰਤ ਮਾਈ ਨੂੰ ਸੇਵਾ ਕਰਨ ਤੋਂ ਰੋਕ ਦਿੱਤਾ। ਫਿਰ ਮਾਈ ਦਰਸ਼ਨ ਕਰਨ ਲਈ ਆਉਂਦੀ ਰਹੀ, ਪਰ ਉਸਨੂੰ ਸੇਵਾ ਨਹੀਂ ਦਿੱਤੀ। ਉਪਰੰਤ ਉਸ ਮਾਈ ਨੇ ਸਾਰੀ ਜ਼ਿੰਦਗੀ ਕਿਸੇ ਨਾਲ ਕੋਈ ਵੀ ਗੱਲ ਨਹੀਂ ਕੀਤੀ, ਆਨੰਦ ਮਗਨ ਹੀ ਰਹੀ। ਕੋਠੇ ਗੁਰੂ ਦੇ ਰਹਿਣ ਵਾਲਾ ਗਿਰਧਾਰੀ ਲਾਲ ਵੀ ਸੇਵਾ ਕਰਦਾ ਰਿਹਾ। ਬੜੀ ਦੇਰ ਤੋਂ ਆਉਂਦਾ ਸੀ। ਸਮੇਂ ਅਨੁਸਾਰ ਉਸ ਦੇ ਘਰ 4 ਲੜਕੀਆਂ ਹੋਈਆਂ। ਉਸਨੇ ਸਿੱਧਕ ਰੱਖਿਆ ਕਿ ਮੰਗਣਾ ਨਹੀਂ ਤੇ ਸੇਵਾ ਹੀ ਕਰਨੀ ਹੈ, ਇਹ ਵੀ ਛੱਡਣੀ ਨਹੀਂ। ਇਸ ਨਿਯਮ ਅਨੁਸਾਰ ਸੇਵਾ ਕਰਦਾ ਰਿਹਾ ਅਤੇ 4 ਲੜਕੀਆਂ ਤੋਂ ਉਪਰੰਤ ਕਾਫੀ ਸਮਾਂ ਕੁਝ ਹੋਇਆ ਵੀ ਨਹੀਂ। ਜਿਵੇਂ ਨਿਰੰਕਾਰ ਨੇ ਵੀ ਇਸ ਦੀ ਪ੍ਰੀਖਿਆ ਲੈਣੀ ਹੋਵੇ ਅਤੇ ਲੋਕਾਂ ਨੇ ਤੇ ਸਕੇ ਸੰਬੰਧੀਆਂ ਨੇ ਵੀ ਮਖੌਲ ਕਰਨੇ ਸ਼ੁਰੂ ਕਰ ਦਿੱਤੇ, ਪਰ ਇਹ ਗਿਰਧਾਰੀ ਲਾਲ ਅਡੋਲ ਹੀ ਰਿਹਾ, ਨਾ ਸੇਵਾ ਛੱਡੀ ਅਤੇ ਨਾ ਆਪਣੇ ਮਨ ਦੀ ਕੋਈ ਵੀ ਮੰਗ ਕੀਤੀ। ਇੱਕ ਵਾਰ ਬਾਬਾ ਜੀ ਨੇ ਆਪ ਹੀ ਪੁੱਛਿਆ, ਗਿਰਧਾਰੀ ਲਾਲ, ਤੈਨੂੰ ਭੁੱਖ ਲੱਗੀ ਹੈ? 3 ਵਾਰ ਇਹੋ ਹੀ ਬਚਨ ਕੀਤਾ। ਉਪਰੰਤ ਗਿਰਧਾਰੀ ਲਾਲ ਨੇ ਫਿਰ ਵੀ ਕੋਈ ਬੇਨਤੀ ਆਪਣੇ ਵਾਸਤੇ ਨਹੀਂ ਕੀਤੀ। ਉਪਰੰਤ ਗਿਰਧਾਰੀ ਲਾਲ ਨੂੰ ਚੌਥੀ ਵਾਰ ਬਚਨ ਕੀਤਾ ਕਿ ਤੂੰ ਆਪੇ ਹੀ ਲੰਗਰ ਵਾਲੀ ਕੋਠੀ ਵਿੱਚ ਜਾ ਕੇ ਆਪੇ ਹੀ ਪ੍ਰਸ਼ਾਦੇ ਚੁੱਕ ਕੇ ਜਿੰਨੇ ਤੇਰੀ ਮਰਜ਼ੀ ਹੋਵੇ ਛਕ ਲਵੀਂ। ਹੁਕਮ ਅਨੁਸਾਰ ਇਸਨੇ ਆਪੇ ਹੀ 2 ਪ੍ਰਸ਼ਾਦੇ ਲੈ ਕੇ ਛਕ ਲਏ ਅਤੇ ਬਾਹਰ ਆਈ ਨੂੰ ਪੁੱਛਿਆ, ਕਿਤਨੇ ਪ੍ਰਸ਼ਾਦੇ ਛਕੇ ਹਨ? ਉਸਨੇ ਬੇਨਤੀ ਕੀਤੀ ਕਿ ਮਹਾਰਾਜ 2 ਛਕੇ ਹਨ। ਬਾਬਾ ਜੀ ਨੇ ਪੁੱਛਿਆ, ਉੱਤੇ ਪ੍ਰਸ਼ਾਦ ਪਾਇਆ ਸੀ? ਉਸਨੇ ਹਾਂ ਵਿੱਚ ਹੱਥ ਜੋੜ ਕੇ ਸਿਰ ਨਿਵਾਇਆ ਤਾਂ ਫਿਰ ਬਚਨ ਕੀਤਾ ਕਿ ਜੇ ਤੂੰ ਛਕਣ ਹੀ ਲੱਗਾ ਸੀ ਹੁਕਮ ਨਾਲ ਤੇ 2 ਪ੍ਰਸ਼ਾਦੇ ਹੀ ਕਿਉਂ ਛਕੇ? ਚੰਗਾ, ਫਿਰ 2 ਪੁੱਤਰ ਹੀ ਹੋਣਗੇ। ਉਪਰੰਤ ਬਚਨ ਅਨੁਸਾਰ 2 ਹੀ ਲੜਕੇ ਹੋਏ, ਇੰਦਰਜੀਤ ਅਤੇ ਗਿਆਨ ਚੰਦ। ਦੇਵਨ ਹਾਰ ਦਾਤਾਰ, ਕਿਤ ਮੁਖ ਸਾਲਾਹੀਐ। ਸਰਦਾਰ ਬਿਸ਼ਨ ਸਿੰਘ ਚੱਕ ਫਤਿਹ ਸਿੰਘ ਦਾ ਗੋਬਿੰਦਪੁਰੇ ਤੋਂ ਆਇਆ। ਨਾਲ ਇਸ ਦੇ ਘਰ ਵਾਲੀ ਵੀ ਸੀ। ਅੱਗੇ ਹਜ਼ੂਰ ਬਾਬਾ ਮਹਾਰਨਾਮ ਸਿੰਘ ਜੀ ਆਪਣੇ ਰੰਗ ਵਿੱਚ ਬੈਠੇ ਸਨ। ਗੋਬਿੰਦਪੁਰੇ ਤੋਂ ਰਸਤੇ ਵਿੱਚ ਭੁਚੋ ਨਗਰ ਰਾਹੀਂ ਅੱਗੇ ਪਹੁੰਚਣਾ ਸੀ।
ਜਿਸ ਸਮੇਂ ਬਿਸ਼ਨ ਸਿੰਘ ਅਤੇ ਇਸ ਦੇ ਘਰੋਂ ਦੋਵੇਂ ਸਾਹਮਣੇ ਹੋਏ, ਬਚਨ ਕੀਤਾ। ਬਚਨ ਸਿੰਘ ਦੀ ਘਰਵਾਲੀ ਵੱਲ ਇਸ਼ਾਰਾ ਕਰਕੇ, ਇਹ ਤਾਂ 6 ਪੁੱਤਾਂ ਦੀ ਮਾਂ ਹੈ। ਉਸ ਦੇ 6 ਹੀ ਪੁੱਤਰ ਹੋਏ। ਤੂੰ ਸਭਨੀ ਥਾਈ ਜਿੱਥੈ ਹੋਂ ਜਾਈ, ਸਾਚਾ ਸਿਰਜਣ ਹਾਰ ਜੀਓ। ਪੰਡਿਤ ਸ਼੍ਰੀ ਰਾਮ ਸਿੰਘ ਜੀ ਨੇ ਆਪਣੇ ਅੱਖੀਂ ਜੋ ਕੌਤਕ ਵੇਖਿਆ ਉਹ ਇਸ ਤਰ੍ਹਾਂ ਹੈ। ਪੰਡਿਤ ਦੁਰਗਾ ਰਾਮ ਜੀ ਦੇ ਪਿਤਾ ਬਾਬਾ ਜੀ ਦੇ ਸੇਵਕ ਸਨ। ਬਾਬਾ ਜੀ ਇੱਕ ਵਾਰ ਉਹਨਾਂ ਨੂੰ ਕਹਿੰਦੇ, ਪੰਡਿਤ ਜੀ, ਤੇ ਅਸੀਂ ਤੁਹਾਡੇ ਨਾਲ ਹਰਿਦੁਆਰ ਗੰਗਾ ਜੀ 'ਤੇ ਇਸ਼ਨਾਨ ਕਰਨ ਲਈ ਚੱਲਾਂਗੇ। ਕੁਝ ਚਿਰ ਬਾਅਦ ਪੰਡਿਤ ਜੀ ਨੇ ਹਰਿਦੁਆਰ ਜਾਣ ਦਾ ਨਿਸ਼ਚਾ ਕਰ ਲਿਆ ਅਤੇ ਬਾਬਾ ਜੀ ਪਾਸ ਬੇਨਤੀ ਕੀਤੀ। ਬਾਬਾ ਜੀ ਨੇ ਕਿਹਾ ਕਿ ਪੰਡਿਤ ਜੀ, ਤੁਸੀਂ ਹੀ ਇਸ਼ਨਾਨ ਕਰ ਆਓ। ਪੰਡਿਤ ਜੀ ਨੇ ਮਨ ਵਿੱਚ ਮਹਿਸੂਸ ਕੀਤਾ ਕਿ ਬਾਬਾ ਜੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਗੰਗਾ 'ਤੇ ਇਸ਼ਨਾਨ ਲਈ ਚਲੇ ਗਏ। ਅਚੰਭਾ ਇਹ ਹੋਇਆ ਕਿ ਜਿੱਥੇ ਪੰਡਿਤ ਜੀ ਇਸ਼ਨਾਨ ਕਰ ਰਹੇ ਸਨ, ਇਹਨਾਂ ਦੇ ਬਿਲਕੁਲ ਸਾਹਮਣੇ ਵਾਲੀ ਹਰ ਕੀ ਪੌੜੀ 'ਤੇ ਬਾਬਾ ਮਹਾਹਰਨਾਮ ਸਿੰਘ ਜੀ ਖੁਦ ਇਸ਼ਨਾਨ ਕਰ ਰਹੇ ਸਨ। ਪੰਡਿਤ ਜੀ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਏ ਕਿ ਮੈਂ ਬਾਬਾ ਜੀ ਨੂੰ ਪੁੱਛੋ ਛੱਡ ਕੇ ਆਇਆ ਸੀ ਤੇ ਮੈਥੋਂ ਪਹਿਲਾਂ ਕਿਸ ਤਰ੍ਹਾਂ ਪਹੁੰਚ ਗਏ। ਤੇ ਜਲਦੀ ਪੰਡਿਤ ਜੀ ਇਸ਼ਨਾਨ ਕਰਕੇ ਪੁੱਛੋ ਵਾਪਸ ਆਏ ਤਾਂ ਕੀ ਵੇਖਿਆ ਕਿ ਬਾਬਾ ਜੀ ਆਪਣੇ ਆਸਣ 'ਤੇ ਬਿਰਾਜੇ ਹੋਏ ਹਨ। ਤੇ ਬਾਬਾ ਜੀ ਨੇ ਬਚਨ ਕੀਤਾ ਕਿ ਪੰਡਿਤ ਜੀ, ਸਾਡਾ ਬਚਨ ਪੂਰਾ ਹੋਇਆ ਕਿ ਨਹੀਂ। ਇਤਨਾ ਸੁਣ ਕੇ ਪੰਡਿਤ ਜੀ ਚਰਨਾਂ ਵਿੱਚ ਢਹਿ ਪਏ ਤੇ ਬੇਨਤੀ ਕੀਤੀ ਕਿ ਪ੍ਰਭ, ਆਪ ਦੀਆਂ ਆਪ ਹੀ ਜਾਣੋ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੇ ਬਚਨ ਅਨੁਸਾਰ ਤੁਹਾਡੀ ਤੁਸੀਂ ਜਾਣੋ, ਮੈਂ ਕੁਝ ਵੀ ਨਹੀਂ ਕਹਿ ਸਕਦਾ। ਅਤੇ ਜਿਨ੍ਹਾਂ ਗੱਲਾਂ ਤੋਂ ਬਾਬਾ ਜੀ 'ਤੇ ਸ਼ੰਕਾ ਕੀਤੀ ਸੀ, ਉਹ ਦੂਰ ਹੋ ਗਈਆਂ।